ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਜਿਹੜਾ ਬਜਟ ਪੇਸ਼ ਕੀਤਾ ਗਿਆ ਸਰਕਾਰ ਦੇ ਵੱਲੋਂ ਉਹ ਕਿਹੋ ਜਿਹਾ, ਪਰ ਇਸ ਬਜਟ ਦੇ ਵਿੱਚ ਇੱਕ ਵੱਡਾ ਧੋਖਾ ਵੀ ਕਿਸਾਨਾਂ ਦੇ ਨਾਲ ਨਜ਼ਰ ਆਉਂਦਾ ਹੈ। ਇਸ ਬਾਰੇ ਵੀ ਗੱਲਬਾਤ ਕਰਾਂਗੇ। ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਕਿਸਾਨਾਂ ਦੀ ਆਵਾਜ਼ ਦੱਬਣ ਦੇ ਲਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ, ਉਹਦੇ ਮਾਮਲੇ ਤੇ ਗੱਲਬਾਤ ਕਰਾਂਗੇ। ਤਾਂ ਦੂਜੇ ਪਾਸੇ ਜਿਹੜੇ ਲਾਪਤਾ ਹੋਏ ਮੁੰਡੇ ਨੇ ਪੰਜਾਬ ਦੇ, ਉਹਨਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਇੱਕ ਵਫਦ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਿਆ। ਕੀ ਕੁਝ ਗੱਲਬਾਤ ਹੋਈ ਹੈ ਉਹਦੇ ਵਿੱਚ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ। ਬਹੁਤ ਬਹੁਤ ਮਿਹਰਬਾਨੀ ਸੁਖਵਿੰਦਰ ਜੀ, ਸ਼ੁਕਰੀਆ ਸਰ। ਸਭ ਤੋਂ ਪਹਿਲਾਂ ਗੱਲਬਾਤ ਆਪਾਂ ਬਜਟ ਤੋਂ ਸ਼ੁਰੂ ਕਰਾਂਗੇ। ਜਿਹੜਾ ਬਜਟ ਪੇਸ਼ ਹੋਇਆ ਅੱਜ ਜਿਹੜਾ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ, ਉਹਦੇ ਵਿੱਚ ਕੀ ਕੁਝ, ਸਭ ਤੋਂ ਪਹਿਲਾਂ ਤਾਂ ਇਹ ਗੱਲਾਂ ਕਰੀਏ ਕਿ ਇਹਦੇ ਵਿੱਚ ਲੋਕਾਂ ਨੂੰ ਕੀ ਦਿੱਤਾ ਗਿਆ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਕਿ ਬਜਟ ਉਹਦੇ ਤੇ ਖਰਾ ਉਤਰ ਪਾਇਆ ਵੀ ਹੈ ਜਾਂ ਨਹੀਂ। ਸੁਖਵਿੰਦਰ ਜੀ, ਲਗਭਗ 7 ਸਾਲ ਤੋਂ ਬੀਜੇਪੀ ਦੀ ਸਰਕਾਰ ਹੋਂਦ 'ਚ ਹੈ ਔਰ ਲਗਾਤਾਰ ਇਸ ਤਰ੍ਹਾਂ ਦੇ ਬਜਟ ਪੇਸ਼ ਕਰ ਰਹੀ ਹੈ। ਔਰ ਤੁਸੀਂ ਦੇਖਿਆ ਹੋਵੇਗਾ ਕਿ ਕਰੋਨਾ ਤੋਂ ਬਾਅਦ ਇਹ ਮੈਨੂੰ ਲੱਗਦਾ ਕਿ ਪਹਿਲਾ ਬਜਟ ਹੈ। ਔਰ ਪਿਛਲੇ ਸਾਲ ਜਿਸ ਕਿਸਮ ਦੀ ਸਥਿਤੀ ਬਜਟ ਦੀ ਰਹੀ ਹੈ, ਖਾਸ ਤੌਰ 'ਤੇ ਸਾਡੀ ਇਕੋਨਮੀ ਦੀ ਰਹੀ ਹੈ, ਉਹ ਬਹੁਤ ਹੀ ਮੈਨੂੰ ਲੱਗਦਾ ਕਿ 75 ਸਾਲਾਂ ਦੀ ਆਜ਼ਾਦੀ ਦੇ ਇਤਿਹਾਸ 'ਚ ਬਹੁਤ ਇੱਕ ਖਤਰਨਾਕ ਪੜਾਅ 'ਚ ਚਲੀ ਗਈ। ਮਾਈਨਸ ਲਗਭਗ 34 ਦੇ ਕਰੀਬ ਜਿਹੜੀ ਸੀਗੀ ਉਹ ਆਰਥਿਕਤਾ ਸਾਡੀ ਉੱਥੇ ਖੜ੍ਹ ਗਈ ਸੀਗੀ। ਉਹਦੇ ਵਿੱਚ ਚਾਹੇ ਪ੍ਰਾਈਵੇਟ ਸੈਕਟਰ ਹੋਵੇ, ਚਾਹੇ ਸਾਡਾ ਸਰਵਿਸ ਸੈਕਟਰ ਹੋਵੇ, ਚਾਹੇ ਮੈਨੂਫੈਕਚਰਿੰਗ ਸੈਕਟਰ ਹੋਵੇ, ਸਾਰੇ ਮੁੱਦੇ ਮੂੰਹ ਗਿਰ ਗਏ ਸੀਗਾ। ਔਰ ਇੱਕ ਬਚਦਾ ਸੀਗਾ, ਉਹ ਸੀਗਾ ਖੇਤੀਬਾੜੀ ਦਾ ਸੈਕਟਰ। ਖੇਤੀਬਾੜੀ ਸੈਕਟਰ ਦੇ ਥੋੜ੍ਹਾ ਜਿਹਾ ਵਿੱਚ ਜਾਣ ਸੀਗੀ, ਇਸ ਕਰਕੇ ਉਹ ਜਿਹੜਾ ਸੀ ਇਕੋਨਮੀ ਚੱਲਦੀ ਰਹੀ। ਤੁਸੀਂ ਦੇਖੋਗੇ ਕਿ ਖੇਤੀਬਾੜੀ ਸੈਕਟਰ ਨੂੰ ਕਿੱਥੇ ਤਾਂ ਸਟਰੋਂਗ ਕਰਨ ਦੀ ਲੋੜ ਸੀਗੀ, ਹੋਰ ਇਹਨੂੰ ਡਿਵੈਲਪ ਕਰਨ ਦੀ ਲੋੜ ਸੀਗੀ। ਔਰ ਦੂਜੇ ਪਾਸੇ ਜਿਹੜੀ ਬਜਟ ਜਿਸ ਕਿਸਮ ਦਾ ਲੱਗ ਰਿਹਾ ਹੈ, ਉਹ ਲੱਗ ਰਿਹਾ ਕਿ ਸਾਡੇ ਜਿਹੜੇ ਇਹ ਸਾਰੀਆਂ ਚੀਜ਼ਾਂ, ਸਾਡੀ ਖੇਤੀਬਾੜੀ ਹੋਈ, ਸਾਡਾ ਜਿਹੜਾ ਇਨਫਰਾਸਟਰਕਚਰ ਹੋਇਆ, ਇੱਥੋਂ ਤੱਕ ਕਿ ਸਾਡਾ ਜਿਹੜਾ ਸਰਵਿਸ ਸੈਕਟਰ ਹੈ, ਉਹਨੂੰ ਸਟਰੈਂਥਨ ਕਰਨ ਦੀ ਬਜਾਏ ਉਹ ਸਾਰੀਆਂ ਚੀਜ਼ਾਂ ਪ੍ਰਾਈਵੇਟ ਹੱਥਾਂ ਨੂੰ ਦੇ ਵਿੱਚ ਸੌਂਪੀਆਂ ਜਾ ਰਹੀਆਂ ਨੇ। ਖਾਸ ਤੌਰ 'ਤੇ ਜਿਹੜਾ ਕਾਰਪੋਰੇਟ ਹੈ ਜਾਂ ਮਲਟੀਨੇਸ਼ਨਲ ਕੰਪਨੀਆਂ ਨੇ, ਉਹਨਾਂ ਦੀ ਪ੍ਰੋਫਿਟ ਦੇ ਲਈ, ਉਹਨਾਂ ਦੇ ਲਾਭ ਦੇ ਲਈ ਜਿਹੜਾ ਹੈਗਾ ਬਜਟ ਜ਼ਰੂਰ ਬਣਾਇਆ ਜਾ ਰਿਹਾ ਹੈ। ਔਰ ਉਹਦੇ ਵਿੱਚੋਂ ਗਰੀਬ ਔਰ ਆਮ ਆਦਮੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਮਾਈਨਸ ਮੈਨੂੰ ਨਜ਼ਰ ਆ ਰਿਹਾ। ਵਿਸ਼ੇਸ਼ ਤੌਰ 'ਤੇ ਜਿਹੜਾ ਸਾਡਾ ਕਿਸਾਨ ਹੈ, ਕਿਉਂਕਿ ਪੰਜਾਬ ਕਿਸਾਨਾਂ ਦਾ ਇੱਕ ਸਟੇਟ ਹੈ ਔਰ ਕਿਸਾਨ ਇਸ ਵੇਲੇ ਸੜਕਾਂ 'ਤੇ ਉਤਰੇ ਹੋਏ ਨੇ, ਆਪਣੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਲੜ ਰਹੇ ਨੇ। ਕਿਤੇ ਤਾਂ ਜਿਵੇਂ ਤੁਸੀਂ ਇਸ਼ਾਰਾ ਕੀਤਾ ਸੀਗਾ ਕਿ ਉਹ ਜਿਹੜੇ ਦੋ ਕਾਨੂੰਨ ਨੇ, ਉਹਨਾਂ ਨੂੰ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਪਹਿਲਾਂ ਹੀ ਬਾਹਰ ਰੱਖਾਂਗੇ। ਔਰ ਇਹ ਵੀ ਕਿਹਾ ਸੀਗਾ ਕਿਸਾਨਾਂ ਦੀ ਮੀਟਿੰਗ ਦੇ ਦੌਰਾਨ ਇਹ ਸਮਝੌਤਾ ਹੋਇਆ ਸੀਗਾ ਜੀ। ਹਾਂ, ਉਹਦੇ ਵਿੱਚ ਜਿਹੜਾ ਬਿਜਲੀ ਦਾ ਜਿਹੜਾ ਸੀਗਾ ਕਾਨੂੰਨ ਔਰ ਜਿਹੜਾ ਪਰਾਲੀ ਦਾ ਪੋਲਿਊਸ਼ਨ ਵਾਲਾ ਜਿਹੜਾ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹ ਤਾਂ ਤੁਹਾਡੇ 50% ਮੁੱਦੇ ਜਿਹੜੇ ਸੀ ਕਾਨੂੰਨ ਜਿਹੜਾ, ਇਹ ਤਾਂ ਅਸੀਂ ਵੈਸੇ ਹੀ ਰੱਦ ਕਰ ਦਿਆਂਗੇ। ਸੋ ਸਰਕਾਰ ਦੀ ਜਿਹੜੀ ਚਲਾਕੀ ਹੈ ਔਰ ਸਰਕਾਰ ਦਾ ਜਿਹੜਾ ਘਟੀਆਪਨ ਇੱਥੋਂ ਸਾਨੂੰ ਨਜ਼ਰ ਆ ਰਿਹਾ ਕਿ ਉਹ ਦੋਨੋਂ ਕਾਨੂੰਨ ਇਹਦੇ ਵਿੱਚ ਜਿਹੜੇ ਨੇ ਲਿਆਂਦੇ ਗਏ ਨੇ। ਔਰ ਇਹ ਮੈਨੂੰ ਲੱਗਦਾ ਕਿ ਇਹ ਕਿਸਾਨਾਂ ਨਾਲ ਇਹ ਵੀ ਧੋਖਾ ਹੈ। ਔਰ ਲਗਾਤਾਰ ਜਿਹੜੀ ਇਨਫਰਾਸਟਰਕਚਰ ਦੀ ਗੱਲ ਹੋਵੇ ਜਾਂ ਕਿਸਾਨਾਂ ਦੀਆਂ ਸਬਸਿਡੀਜ਼ ਦੀ ਗੱਲ ਹੋਵੇ, ਉਹਨਾਂ ਨੂੰ ਘਟਾਇਆ ਜਾ ਰਿਹਾ ਹੈ। ਔਰ ਇੱਥੇ ਕਿਉਂਕਿ ਪੰਜਾਬ ਹੈ, ਪੰਜਾਬ ਐਗਰੀਕਲਚਰ ਬੇਸਡ ਇੱਕ ਸਟੇਟ ਹੈ ਔਰ ਇਹਦੇ ਵਿੱਚ ਐਗਰੋ ਬੇਸਡ ਇੰਡਸਟਰੀ ਜਿਹੜੀ ਸੀ, ਖਾਸ ਤੌਰ 'ਤੇ ਸਮੋਲ ਇੰਡਸਟਰੀ ਐਗਰੋ ਬੇਸਡ, ਉਹਨੂੰ ਡਿਵੈਲਪ ਕਰਨ ਦੀ ਲੋੜ ਹੈ। ਪਿਛਲੇ ਲੰਮੇ ਸਮੇਂ ਤੋਂ ਜਿਹੜੇ ਸੀ ਲੋਕ ਇਹ ਕਹਿ ਰਹੇ ਨੇ ਕਿ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੇ ਵਿੱਚ ਐਗਰੋ ਬੇਸਡ ਇੰਡਸਟਰੀ ਜਿਹੜਾ ਹੈਗਾ ਉਹ ਲੱਗਣੀ ਚਾਹੀਦੀ ਹੈ। ਪਰ ਅਸੀਂ ਇਸ ਬਜਟ ਦੇ ਵਿੱਚ ਦੇਖ ਲਿਆ ਕਿ ਇਸ ਕਿਸਮ ਦਾ ਕੋਈ ਜਿਹੜਾ ਹੈਗਾ ਪ੍ਰਾਵਧਾਨ, ਇਸ ਕਿਸਮ ਦੇ ਜਿਹੜੇ ਪੈਸੇ ਦੀ ਕੋਈ ਜਿਹੜੀ ਮੈਨੂੰ ਲੱਗਦਾ ਕਿ ਬਜਟ ਮੱਦ ਜਿਹੜੀ ਹੈਗੀ ਹੈ ਉਹ ਇਹਦੇ 'ਚ ਨਹੀਂ ਰੱਖੀ ਗਈ। ਔਰ ਸਾਰਾ ਦਾ ਸਾਰਾ ਧਿਆਨ ਜਿਹੜਾ ਹੈਗਾ ਕੋਵਿਡ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਟੀਕੇ ਲਾ ਲੋਕਾਂ ਨੂੰ ਅਸੀਂ ਜਿਹੜਾ ਹੈਗਾ ਠੀਕ ਕਰਾਂਗੇ। ਔਰ ਇਹਦੇ ਵਿੱਚ ਤੁਸੀਂ ਦੇਖਿਆ ਕਿ 35,000 ਕਰੋੜ ਰੁਪਈਆ ਸਿਰਫ ਟੀਕਾਕਰਨ ਦੇ ਉੱਤੇ ਰੱਖ ਲਿਆ। ਸੋ ਇਹਦੇ ਵਿੱਚੋਂ ਸਾਰਾ, ਕਿਉਂਕਿ ਮਲਟੀਨੇਸ਼ਨਲ ਕੰਪਨੀਆਂ ਦਾ ਸਾਰਾ ਇਹ ਸਾਰਾ ਬਿਜ਼ਨਸ ਹੈ,
ਔਰ ਉਹਨਾਂ ਨੂੰ ਫਾਇਦਾ ਦੇਣ ਦੇ ਲਈ ਜਿਹੜਾ ਹੈਗਾ ਬਜਟ ਲਿਆਂਦਾ ਗਿਆ ਹੈ। ਔਰ ਸਾਰਾ ਫਾਇਦਾ ਜਿਹੜਾ ਹੈਗਾ ਉੱਪਰਲਾ ਜਿਹੜਾ ਤਬਕਾ ਹੈ ਉਹਨਾਂ ਦਾ ਹੈ, ਔਰ ਇਹਦੇ ਵਿੱਚੋਂ ਆਮ ਆਦਮੀ ਔਰ ਗਰੀਬ ਬੰਦਾ ਜਿਹੜਾ ਹੈਗਾ ਹੋਰ ਗਰੀਬ ਹੁੰਦਾ ਜਾਏਗਾ। ਸਭ ਤੋਂ ਪਹਿਲਾਂ ਜੇਕਰ ਗੱਲਬਾਤ ਕਰੀਏ ਮੇਨ ਜਿਹੜਾ ਇਸ਼ੂ ਹੁਣ ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਕਿ ਦੋ ਜਿਹੜੇ ਐਕਟ ਸੀ ਕਿਸਾਨਾਂ ਦੀਆਂ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਗੱਲਬਾਤ ਹੋਈ ਸੀ, ਇੱਥੇ ਤੱਕ ਗੱਲਬਾਤ ਪਹੁੰਚੀ ਸੀ ਕਿ ਜਿਹੜਾ ਪਰਾਲੀ ਐਕਟ ਹੈ ਉਹ ਤੋਂ ਕਿਸਾਨਾਂ ਨੂੰ ਅਸੀਂ ਬਾਹਰ ਰੱਖਾਂਗੇ, ਉਹ ਨਹੀਂ ਲੈ ਕੇ ਆਵਾਂਗੇ। ਬਿਜਲੀ ਐਕਟ ਹੈ ਜਿਹੜਾ ਸੀ ਉਹ ਨਹੀਂ ਲੈ ਕੇ ਆਵਾਂਗੇ। ਤਾਂ ਹੁਣ ਜਿਹੜਾ ਹੈਗਾ ਉਹ ਲੈ ਕੇ ਆਈ ਨਹੀਂ, ਤਾਂ ਇੱਕ ਤਾਂ ਇਹ ਧੋਖਾ ਹੋ ਗਿਆ। ਤਾਂ ਫਿਰ ਉਹਨਾਂ ਮੀਟਿੰਗਾਂ ਦਾ ਫਾਇਦਾ ਕੀ ਹੋਇਆ? ਤਾਂ ਅੱਗੇ ਜਿਹੜੀਆਂ ਮੀਟਿੰਗਾਂ ਹੋਣੀਆਂ ਨੇ ਉਹ ਫਿਰ ਕਿਸ ਬੇਸਡ ਹੋਣਗੀਆਂ? ਕਿਉਂਕਿ ਪਿਛਲੀਆਂ ਮੀਟਿੰਗਾਂ ਦੇ ਵਿੱਚ ਜਿਹੜੇ ਤੁਸੀਂ ਵਾਅਦੇ ਕੀਤੇ ਆ ਉਹ ਤੁਸੀਂ ਪੂਰੇ ਨਹੀਂ ਕਰ ਪਾਏ, ਤੇ ਫਿਰ ਅੱਗੇ ਦੀਆਂ ਮੀਟਿੰਗਾਂ ਦੇ ਵਿੱਚ ਕਿਸਾਨ ਕੀ ਉਮੀਦ ਰੱਖਣ? ਦੇਖੋ, ਕਿਸਾਨ ਲਗਾਤਾਰ ਇਹ ਗੱਲ ਕਹਿ ਰਹੇ ਨੇ। ਅੱਜ ਰਾਕੇਸ਼ ਟਕੈਤ ਹੋਰਾਂ ਨੇ ਵੀ ਗੱਲ ਕੀਤੀ ਹੈ ਕਿ ਭਾਈ ਤੁਸੀਂ ਸਾਨੂੰ ਨੰਬਰ ਤਾਂ ਕਹਿ ਰਹੇ ਹੋ ਕਿ ਇੱਕ ਫੋਨ ਕਾਲ ਦੀ ਦੂਰੀ 'ਤੇ ਆ, ਪਰ ਉਹ ਨੰਬਰ ਦੱਸ ਹੀ ਨਹੀਂ ਰਹੇ। ਇਹਦਾ ਮਤਲਬ ਹੈ ਕਿ ਜਿਹੜੀ ਸਰਕਾਰ ਹੈ ਉਹ ਆਪਣੀ ਦੋਗਲੀ ਨੀਤੀ ਖੇਡ ਰਹੀ ਹੈ। ਦੋਗਲੀ ਨੀਤੀ ਦਾ ਮੇਰਾ ਮਤਲਬ ਇੱਕ ਇਹ ਹੈ ਕਿ ਇੱਕ ਪਾਸੇ ਬਹੁਤ ਜਿਹੜਾ ਹੈਗਾ ਪਰਚੇ ਤੇ ਪਰਚਾ ਕਿਸਾਨਾਂ ਦੇ ਉੱਤੇ ਪਾ ਰਹੀ ਹੈ, ਔਰ ਸਾਡੇ ਜਿਹੜੇ ਪੰਜਾਬ ਦੇ ਜਾਂ ਹਿੰਦੁਸਤਾਨ ਦਾ ਜਿਹੜਾ ਕਿਸਾਨਾਂ ਦੇ ਬੱਚੇ ਨੇ ਉਹ ਅਜੇ ਤੱਕ ਲਾਪਤਾ ਨਹੀਂ, ਅਜੇ ਤੱਕ ਉਹ ਮਿਲ ਨਹੀਂ ਰਹੇ। ਠੀਕ ਹੈ ਨਾ। ਇੱਕ ਦੂਜੇ ਪਾਸੇ ਜਿਹੜੀ ਸਾਰੇ ਜਿੰਨੇ ਵੀ ਬਾਰਡਰਸ ਨੇ, ਜਿੰਨੇ ਵੀ ਲੋਕ ਸੰਘਰਸ਼ ਕਰ ਰਹੇ ਨੇ ਬਾਰਡਰਸ ਦੇ ਉੱਤੇ, ਉਹਨਾਂ ਦੇ ਉੱਤੇ ਜਿਹੜੀ ਹੈਗੇ ਆ ਪੁਲਿਸ ਫੋਰਸ ਜਾਂ ਪੈਰਾਮਿਲਟਰੀ ਫੋਰਸ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ। ਸੋ ਇਹ ਦੋਗਲੀ ਨੀਤੀ, ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਤੇ ਦੂਜੇ ਪਾਸੇ ਉਹ ਚੀਜ਼ਾਂ ਜਿਹੜੀਆਂ ਨੇ ਉਲਟ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜਿਹੜੀ ਇਸ਼ਾਰਾ ਕੀਤਾ ਹੈ ਕਿ ਜਿਹੜੀਆਂ ਦੋ ਬਿੱਲਾਂ ਦਾ, ਔਰ ਦੋ ਬਿੱਲ ਇਸ ਲਈ ਖਤਰਨਾਕ ਨੇ ਕਿ ਜੇ ਬਿੱਲ ਲਾਗੂ ਹੋ ਜਾਂਦੇ ਨੇ ਤਾਂ ਲਾਜ਼ਮੀ ਤੌਰ 'ਤੇ ਇਹਦੇ ਵਿੱਚ ਕਿਸਾਨਾਂ ਦਾ ਜਿਹੜਾ ਜਿਸ ਕਿਸਮ ਦਾ ਉਹਨਾਂ 'ਤੇ ਜੁਰਮਾਨਾ ਥੋਪਿਆ ਗਿਆ ਹੈ, ਔਰ ਜਿਸ ਕਿਸਮ ਦੀ ਬਿਜਲੀ ਮਹਿੰਗੀ ਹੋਣ ਵਾਲੀ ਹੈ ਪੰਜਾਬ ਦੇ ਵਿੱਚ, ਔਰ ਜਿਸ ਕਿਸਮ ਦੇ ਜਿਹੜੇ ਬਿੱਲ ਨੇ, ਪਹਿਲਾਂ ਬਿਜਲੀ ਫ੍ਰੀ ਜਿਹੜੀ ਹੈਗੀ ਆ ਕਿਸਾਨਾਂ ਨੂੰ ਮਿਲਦੀ ਸੀਗੀ, ਉਹਦੇ ਉੱਤੇ ਕੱਟ ਲੱਗਣੇ ਸ਼ੁਰੂ ਹੋ ਜਾਣੇ ਆ। ਸੋ ਇਹ ਜਿਹੜੇ ਬਿੱਲ ਨੇ ਇਹ ਖਤਰਨਾਕ ਬਿੱਲ ਨੇ। ਜੇ ਇਹ ਲਾਗੂ ਹੁੰਦੇ ਨੇ ਤਾਂ ਪੰਜਾਬ ਦੇ ਕਿਸਾਨ ਦਾ ਜਾਂ ਹਿੰਦੁਸਤਾਨ ਦੇ ਕਿਸਾਨ ਦਾ ਬਹੁਤ ਇਹਦੇ ਨਾਲ ਨੁਕਸਾਨ ਹੋਏਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹੀ ਗੱਲ ਕਰਾਂਗਾ ਕਿ ਜਿਹੜੀ ਗੱਲ ਉਹਨਾਂ ਨੇ ਗੱਲਬਾਤ ਕੀਤੀ ਹੈ, ਖਾਸ ਤੌਰ 'ਤੇ ਉਹਨਾਂ ਨੇ ਮੀਡੀਆ ਵਿੱਚ ਵੀ ਆਪਣੀ ਗੱਲ ਰੱਖੀ ਹੈ ਸਾਡੇ ਖੇਤੀਬਾੜੀ ਮੰਤਰੀ ਨੇ, ਤੋਂ ਉਹਦੇ ਉੱਤੇ ਸਟੈਂਡ ਹੋਣਾ ਚਾਹੀਦਾ। ਉਹ ਗੱਲਾਂ ਨੂੰ ਆਪਣਾ ਜਿਹੜਾ ਸਟੈਂਡ ਨੂੰ ਬਦਲਣਾ ਨਹੀਂ ਚਾਹੀਦਾ, ਔਰ ਇਹ ਕਿਸਾਨਾਂ ਦੇ ਨਾਲ ਧੋਖਾ ਨਹੀਂ ਸੀ ਕਰਨਾ ਚਾਹੀਦਾ। ਇਹ ਇੱਕ ਸਰਕਾਰ ਨੂੰ, ਕਿਉਂਕਿ ਇਸ ਵੇਲੇ ਮੈਨੂੰ ਲੱਗਦਾ ਕਿ ਹਜੇ ਤਾਂ ਸਿਰਫ ਨਾਰਥ ਇੰਡੀਆ ਦਾ ਕਿਸਾਨ ਹੀ ਸੜਕਾਂ 'ਤੇ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਹਿੰਦੁਸਤਾਨ ਦਾ ਜਿਹੜਾ ਹੈਗਾ ਆਪਾਂ ਦੇਖਾਂਗੇ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਹ ਕਿਸਾਨ ਜਿਹੜਾ ਹੈਗਾ ਉਹ ਸੜਕਾਂ ਦੇ ਉੱਤੇ ਹੋਏਗਾ। ਸੋ ਸਰਕਾਰ ਨੂੰ ਥੋੜ੍ਹਾ ਜਿਹਾ ਸਮਝਣਾ ਚਾਹੀਦਾ ਕਿ ਜੇ ਹਿੰਦੁਸਤਾਨ ਦਾ ਅੰਨਦਾਤਾ ਭੁੱਖਾ ਮਰੇਗਾ, ਜੇ ਹਿੰਦੁਸਤਾਨ ਦਾ ਅੰਨਦਾਤਾ ਜਿਹੜਾ ਹੈਗਾ ਸੜਕਾਂ 'ਤੇ ਆਏਗਾ, ਇਹ ਸਰਕਾਰ ਦੇ ਲਈ ਪੂਰੇ ਵਰਲਡ ਦੇ ਵਿੱਚ ਇੱਕ ਬਹੁਤ ਨਮੋਸ਼ੀ ਵਾਲੀ ਸਥਿਤੀ ਪੈਦਾ ਹੋ ਜਾਏਗੀ। ਤਾਂ ਇਹ ਤਾਂ ਗੱਲ ਬਜਟ ਦੀ ਸੀ। ਜੇ ਬਜਟ ਤੋਂ ਬਾਅਦ ਦੀ ਗੱਲ ਕਰੀਏ ਤਾਂ ਬਜਟ ਦੇ ਵਿੱਚ ਧੋਖਾ ਤਾਂ ਕੀਤਾ ਹੀ ਕੀਤਾ ਹੈ, ਤਾਂ ਅੱਗੇ ਜਾ ਕੇ ਵੀ ਕਿਸਾਨਾਂ ਦੀ ਆਵਾਜ਼ ਦੱਬਣ ਦੀ ਬੜੇ ਜ਼ੋਰ ਸ਼ੋਰ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਗੱਲਬਾਤ ਕਰੀਏ ਕਿ ਨੈੱਟ ਪਿਛਲੇ ਕਈ ਦਿਨਾਂ ਤੋਂ ਬੰਦ ਆ, ਸਿੰਘੂ ਬਾਰਡਰ ਨੂੰ ਬਿਲਕੁਲ ਹੀ ਜਿਹੜਾ ਉਹ ਬੈਕਫੁੱਟ 'ਤੇ ਧਕੇਲਿਆ ਜਾ ਰਿਹਾ ਤੇ ਗਾਜੀਪੁਰ ਬਾਰਡਰ ਹੋਰ ਉੱਭਰ ਰਿਹਾ। ਤਾਂ ਉਹਦੇ ਸਿੰਘੂ ਬਾਰਡਰ ਦੇ ਨੈੱਟ ਬੰਦ ਕਾਰਨ ਹੋਇਆ, ਤਾਂ ਨੈੱਟ ਦੀ ਮਿਆਦ ਹੁਣ ਹੋਰ ਬੰਦ ਕਰਨ ਦੇ ਲਈ ਵਧਾ ਦਿੱਤੀ ਗਈ ਹੈ। 2 ਫਰਵਰੀ ਤੱਕ ਨੈੱਟ ਜਿਹੜਾ ਉਹ ਬੰਦ ਰਹੇਗਾ। ਤਾਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿ ਸਰੀਏ ਲਗਾ ਦਿੱਤੇ ਨੇ, ਨੁਕੀਲੇ ਕੁਛ ਜਿਹੜੇ ਹੈਗੇ ਇਹੋ ਜਿਹੇ ਔਜ਼ਾਰ ਲਗਾ ਦਿੱਤੇ ਗਏ ਨੇ ਜਿਹੜੇ ਟਰੈਕਟਰ ਨੂੰ ਅੱਗੇ ਵਧਣ ਤੋਂ ਰੋਕ ਸਕਣ। ਦੂਜੀ ਕਾਰਵਾਈ ਹੋ ਗਈ। ਤੀਜੀ ਕਾਰਵਾਈ ਇਹ ਹੋ ਗਈ, ਜਿਹੜੇ ਲੋਕ ਟਵਿੱਟਰ ਅਕਾਊਂਟ ਦੇ ਉੱਪਰ ਜਾ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਸੀ, ਉਹਨਾਂ ਟਵਿੱਟਰ ਅਕਾਊਂਟਸ ਨੂੰ ਬਹੁਤ ਸਾਰੇ, ਚਾਹੇ ਉਹ ਕਿਸਾਨ ਏਕਤਾ ਮੋਰਚੇ ਦਾ ਹੋਵੇ, ਚਾਹੇ ਉਹ JGB ਦਾ ਹੋਵੇ, ਜਾਂ ਹੋਰ ਬਹੁਤ ਸਾਰਿਆਂ ਦਾ ਹੋਵੇ, ਤਾਂ ਉਹਨਾਂ ਦੇ ਟਵਿੱਟਰ ਅਕਾਊਂਟ ਨੂੰ ਜਿਹੜਾ ਹੈਗਾ ਬੰਦ ਕੀਤਾ ਜਾ ਰਿਹਾ, ਬੰਦ ਕਰਵਾਇਆ ਜਾ ਰਿਹਾ। ਕਿਵੇਂ ਦੇਖਦੇ ਹੋ ਸਰਕਾਰ ਦੀ ਇਸ ਕਾਰਵਾਈ ਨੂੰ ਜਿਹੜੀ ਕਿਸਾਨਾਂ ਦੀ ਤੇ ਕਿਸਾਨਾਂ ਦੀ ਆਵਾਜ਼ ਚੁੱਕਣ ਵਾਲੀਆਂ ਆਵਾਜ਼ਾਂ ਨੂੰ ਦੱਬ ਰਹੀ ਹੈ? ਦੇਖੋ, ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਉਹ, ਫਿਰ ਮੈਂ ਕਹਾਂਗਾ ਕਿ ਕਿਸਾਨਾਂ ਦੀ ਆਵਾਜ਼ ਨੂੰ ਸੁਣਨ ਦੀ ਲੋੜ ਹੈ। ਇਸ ਵੇਲੇ ਸਰਕਾਰ ਆਪਣੀਆਂ ਦੋਗਲੀਆਂ ਚਾਲਾਂ ਤੋਂ ਬਾਜ਼ ਆਉਣੀ ਚਾਹੀਦੀ ਹੈ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਸ ਵੇਲੇ ਜਿੰਨੀਆਂ ਰੁਕਾਵਟਾਂ ਉੱਥੇ ਖੜੀਆਂ ਕੀਤੀਆਂ ਜਾ ਰਹੀਆਂ ਨੇ, ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਡਾਇਲੋਗ ਕਰਨਾ ਹੈ, ਇੱਕ ਪਾਸੇ ਕਿਸਾਨਾਂ ਨਾਲ ਗੱਲਬਾਤ ਕਰਨੀ ਹੈ, ਔਰ ਕਿਸਾਨਾਂ ਨੂੰ ਫੋਨ ਕਾਲ ਦੀ ਉਡੀਕ ਉਹਨਾਂ ਨੂੰ ਲੱਗਦਾ ਵੀ ਸ਼ਾਇਦ
ਫੋਨ ਕਾਲ ਅਸੀਂ ਕਰੀਏ। ਦੂਜੇ ਪਾਸੇ ਇਹ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਔਰ ਇੱਥੇ ਮੈਂ ਦੱਸਦਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਸ਼ਾਇਦ ਇੱਦਾਂ ਦੀਆਂ ਕੂਟਨੀਤੀਆਂ ਨਾਲ ਅਸੀਂ ਇਸ ਸੰਘਰਸ਼ ਨੂੰ ਦਬਾ ਲਾਂਗੇ ਜਾਂ ਪਿੱਛੇ ਪਾ ਦਾਂਗੇ, ਉਹ ਸੰਭਵ ਨਹੀਂ ਹੈ। ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਉਹ ਇੰਨੇ ਕੁ ਚੇਤੰਨ ਹੋ ਚੁੱਕੇ ਨੇ ਹੁਣ। ਉਹ ਇਹਨਾਂ ਦੀਆਂ ਛੋਟੀਆਂ ਗੱਲਾਂ ਦੇ ਨਾਲ ਆਪਾਂ ਨੂੰ ਪਤਾ ਹੈ ਸੁਖਵਿੰਦਰ ਜੀ ਕਿ ਜਿਹੜੇ ਵੱਡੇ ਸੰਘਰਸ਼ ਹੁਣ ਤੱਕ ਲੜੇ ਗਏ ਨੇ, ਹਿੰਦੁਸਤਾਨ ਦੀ ਮੈਂ ਗੱਲ ਕਰਦਾ, ਮੈਂ ਦੁਨੀਆ ਦੀ ਗੱਲ ਨਹੀਂ ਕਰ ਰਿਹਾ, ਉਹ ਇੰਟਰਨੈਟ ਤੋਂ ਪਹਿਲਾਂ ਦੇ ਲੜੇ ਗਏ ਨੇ। ਉਹ ਉਦੋਂ ਉਸ ਵੇਲੇ ਆਪਾਂ ਨੇ ਕੋਲੇ ਪਗੜੀ ਸੰਭਾਲ ਜੱਟਾ, ਉਹ 9 ਮਹੀਨੇ ਲਗਭਗ ਜਿਹੜੀ ਸੀ ਲਹਿਰ ਚੱਲੀ ਹੈ, ਉਹ ਕਿਸਾਨਾਂ ਨੇ ਜਿੱਤੀ। ਉਸ ਤੋਂ ਬਾਅਦ ਬਹੁਤ ਸਾਰੇ ਕਾਲੇ ਕਾਨੂੰਨ ਅੰਗਰੇਜ਼ ਲੈ ਕੇ ਆਏ ਇੱਥੇ, ਉਹ ਕਿਸਾਨਾਂ ਨੇ, ਉਹ ਪੰਜਾਬ ਦੇ ਲੋਕਾਂ ਨੇ ਜਾਂ ਹਿੰਦੁਸਤਾਨ ਦੇ ਲੋਕਾਂ ਨੇ ਜਿੱਤੇ। ਔਰ ਮੈਂ ਕਹਿੰਦਾ ਕਿ ਆਜ਼ਾਦੀ ਤੋਂ ਬਾਅਦ ਵੀ ਬਹੁਤ ਸਾਰੇ ਵੱਡੀਆਂ ਮੂਵਮੈਂਟਸ ਜਿਹੜੀਆਂ ਨੇ ਉਹ ਲੜੀਆਂ ਗਈਆਂ। ਮੈਂ ਤੁਸੀਂ ਰਾਕੇਸ਼ ਟਿਕੈਤ ਦੀ ਗੱਲ ਕੀਤੀ ਹੈ। ਰਾਕੇਸ਼ ਟਿਕੈਤ ਦੇ ਪਿਤਾ ਜੀ ਜਿਹੜਾ 80 ਦੇ ਦਹਾਕੇ ਵਿੱਚ ਬਹੁਤ ਮਹਾਨ ਸ਼ਖਸੀਅਤ ਸੀਗੇ ਕਿਸਾਨਾਂ ਦੇ ਲਈ, ਔਰ ਉਹਨਾਂ ਨੇ ਬਹੁਤ ਵੱਡੇ ਸੰਘਰਸ਼ ਲੜੇ। ਔਰ ਕਿਸਾਨਾਂ ਦੇ ਸੰਘਰਸ਼ ਕਾਰਨ ਬਹੁਤ ਸਾਰੀਆਂ ਜਿਹੜੀਆਂ ਸੀ ਸਰਕਾਰਾਂ ਡਿੱਗੀਆਂ ਉਹਨਾਂ ਦਿਨਾਂ ਦੇ ਵਿੱਚ, ਠੀਕ ਹੈ। ਉੱਦਾਂ ਦੇ ਸੰਘਰਸ਼, ਮੇਰਾ ਕਹਿਣ ਦਾ ਐਗਜ਼ਾਮਪਲ ਦੇਣ ਦਾ ਮਤਲਬ ਇਹੀ ਹੈ ਕਿ ਸਰਕਾਰ ਇਹ ਨਾ ਸਮਝੇ ਕਿ ਇੱਦਾਂ ਦੇ ਇੰਟਰਨੈਟ ਨੂੰ ਬੰਦ ਕਰਕੇ ਜਾਂ ਫੇਸਬੁੱਕ 'ਤੇ ਜਾਂ ਦੂਜੇ ਚੀਜ਼ਾਂ ਨੂੰ ਬੰਦ ਕਰਕੇ ਅਸੀਂ ਇਸ ਸੰਘਰਸ਼ ਨੂੰ ਦਬਾ ਲਾਂਗੇ। ਇਹ ਸੰਘਰਸ਼ ਹੁਣ ਦਬਣ ਵਾਲਾ ਨਹੀਂ ਹੈ। ਉਹ ਅੱਜ ਕੱਲ੍ਹ ਹੋਰ ਬੜੇ ਤਰੀਕੇ ਨੇ। ਲੋਕ ਹੁਣ ਆਪਣੇ ਆਪ ਉੱਠ ਰਹੇ ਨੇ, ਆਪਣੇ ਆਪ ਸੜਕਾਂ ਦੇ ਉੱਤੇ ਆ ਰਹੇ ਨੇ। ਜੇ ਉਹ ਲੱਗਦਾ ਵੀ ਕਿੱਲਾਂ ਲਾ ਕੇ ਜਾਂ ਨੈੱਟ ਬੰਦ ਕਰਕੇ ਜਾਂ ਹੋਰ ਛੋਟੀਆਂ ਮੋਟੀਆਂ ਇੱਦਾਂ ਦੀਆਂ ਪਾਬੰਦੀਆਂ ਲਾ ਕੇ, ਉਹ ਹੁਣ ਸੰਭਵ ਨਹੀਂ ਹੈ। ਹੁਣ ਇਹ ਸੰਘਰਸ਼ ਜਿਹੜਾ ਹੈਗਾ ਇਹ ਪੰਜਾਬ ਤੋਂ ਬਾਅਦ ਹੁਣ ਹਰਿਆਣੇ 'ਚ ਗਿਆ, ਹਰਿਆਣੇ ਤੋਂ ਬਾਅਦ ਯੂਪੀ 'ਚ ਗਿਆ, ਹੁਣ ਅਗਲੇ ਦਿਨਾਂ ਦੇ ਵਿੱਚ ਇਹ ਰਾਜਸਥਾਨ ਔਰ ਗੁਜਰਾਤ ਜਾਂ ਮਹਾਰਾਸ਼ਟਰ, ਅਗਲੇ ਨੈਕਸਟ ਜਿਹੜੇ ਨੇ ਸਟੇਟਸ ਦੇ ਵਿੱਚ ਜਾਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਇਸ ਸੰਘਰਸ਼ ਦੇ ਵਿੱਚੋਂ ਪੈਦਾ ਹੋ ਰਹੀਆਂ ਨੇ। ਜਿੰਨਾ ਸਰਕਾਰ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ, ਓਨਾ ਹੀ ਜਿਹੜਾ ਹੈਗਾ ਕਿਸਾਨ ਜਾਂ ਆਮ ਲੋਕ ਜਿਹੜੇ ਨੇ ਕਿ ਸਰਕਾਰ ਦੇ ਵਿਰੋਧ ਦੇ ਵਿੱਚ ਉੱਠਣਗੇ। ਇਹ ਸਾਨੂੰ ਪੂਰੀ ਇਸ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਕ੍ਰਮ ਹੋਇਆ ਉੱਥੋਂ ਅਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ। ਡਾਕਟਰ ਸਾਹਿਬ, ਜਿਹੜੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਜਿਹੜੇ ਨੌਜਵਾਨ ਜਿਹੜੇ ਲਾਪਤਾ ਹੋਏ ਸੀ, ਹਾਲੇ ਤੱਕ ਉਹ ਮਿਲ ਨਹੀਂ ਰਹੇ, ਪਤਾ ਨਹੀਂ ਲੱਗ ਰਿਹਾ ਉਹ ਕਿੱਥੇ ਨੇ। ਤਾਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਦੇਸ਼ ਦੇ ਗ੍ਰਹਿ ਮੰਤਰੀ ਤੋਂ ਟਾਈਮ ਲੈ ਕੇ ਮਿਲਿਆ ਗਿਆ ਸੀ ਕਿ ਸਾਡੇ ਨੌਜਵਾਨ ਪਤਾ ਕਰਕੇ ਦੱਸੇ ਜਾਣ, ਸਾਡੇ ਨੌਜਵਾਨ ਜਿਹੜੇ ਲਾਪਤਾ ਨੇ ਉਹਨਾਂ ਨੂੰ ਲੱਭਿਆ ਜਾਵੇ। ਤਾਂ ਅਮਿਤ ਸ਼ਾਹ ਦੇ ਵੱਲੋਂ ਮਿਲਣ ਦਾ ਟਾਈਮ ਦਿੱਤਾ ਗਿਆ, ਤਾਂ ਪੰਜਾਬ ਸਰਕਾਰ ਦਾ ਇੱਕ ਵਫਦ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਿਆ। ਵੱਡੀ ਗੱਲ ਇਹ ਰਹੀ ਕਿ ਇੰਨਾ ਗੰਭੀਰ ਮਸਲਾ ਹੋਣ ਦੇ ਬਾਵਜੂਦ, ਵਰਲਡ ਲੈਵਲ ਦੀ ਇੱਕ ਪੰਜਾਬ ਤੋਂ ਉੱਠੀ ਹੋਈ ਲਹਿਰ ਦੇ ਬਾਵਜੂਦ ਵੀ ਉੱਥੇ ਸਿਰਫ ਜਿਹੜਾ ਵਫਦ ਜਾਂਦਾ ਹੈ ਉਹ ਸਿਰਫ ਖੁਦ ਵਫਦ ਜਾਂਦਾ ਹੈ, ਮੁੱਖ ਮੰਤਰੀ ਦੀ ਅਗਵਾਈ ਤੋਂ ਬਿਨਾਂ ਜਾਂਦਾ ਹੈ। ਕੀ ਤੁਹਾਨੂੰ ਨਹੀਂ ਲੱਗਦਾ ਸੀ ਇੰਨੇ ਗੰਭੀਰ ਮਸਲੇ ਦੇ ਉੱਪਰ ਮੁੱਖ ਮੰਤਰੀ ਸਾਹਿਬ ਨੂੰ ਆਪ ਮਿਲਣ ਜਾਣਾ ਚਾਹੀਦਾ ਸੀ? ਜੀ ਦੇਖੋ, ਜਦੋਂ ਕਿਸੇ ਵੀ ਸਟੇਟ ਦਾ ਮੁਖੀ ਹੁੰਦਾ ਹੈ, ਮੁਖੀ ਦੀ ਇੱਕ ਆਪਣੀ ਪ੍ਰਤਿਭਾ ਹੁੰਦੀ ਹੈ, ਉਹਦਾ ਇੱਕ ਆਪਣੀ ਕੋਈ ਸਿੰਬੋਲਿਕ ਮੀਨਿੰਗ ਹੁੰਦਾ ਹੈ ਮੁੱਖ ਮੰਤਰੀ ਦਾ। ਪਰ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆਪਾਂ ਨੂੰ ਕਿ ਉਹ ਆਪਣੇ ਮਹਿਲ ਤੋਂ ਬਾਹਰ ਹੀ ਨਹੀਂ ਆ ਰਹੇ, ਕੁੰਭਕਰਨ ਦੀ ਨੀਂਦ ਸੁੱਤੇ ਹੋਏ ਨੇ ਲਗਾਤਾਰ। ਇੱਥੋਂ ਤੱਕ ਕਿ ਜਿਹੜੇ ਆਪਣੇ ਬਾਜਵਾ ਸਾਹਿਬ ਮਿਨਿਸਟਰ ਨੇ, ਉਹ ਰਾਜ ਸਭਾ ਦੇ ਵਿੱਚ ਮਤਲਬ ਭੇਜੇ ਗਏ ਨੇ ਉਹਨਾਂ ਨੂੰ, ਉਹ ਵੀ ਚਿੱਠੀਆਂ ਲਿਖ ਕੇ ਇਹ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਤੁਸੀਂ ਜਾਗੋ, ਕਿ ਪੰਜਾਬ ਦੇ ਇਸ ਵੇਲੇ ਪੰਜਾਬ ਭਖ ਰਿਹਾ ਹੈ, ਪੰਜਾਬ ਸੜਕਾਂ 'ਤੇ ਬੈਠਾ ਹੈ, ਪੰਜਾਬ ਦੇ ਕਿਸਾਨ ਜਿਹੜੇ ਨੇ, ਪੰਜਾਬ ਦਾ ਜਿਹੜਾ ਨੌਜਵਾਨ ਹੈ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਹੈ। ਇਹਨਾਂ ਨੂੰ ਸਾਨੂੰ ਦਿੱਲੀ ਦੇ ਵਿੱਚ ਆਉਣਾ ਚਾਹੀਦਾ। ਤੁਸੀਂ ਦੇਖਿਆ ਹੋਏਗਾ ਕਿ ਪ੍ਰਤਾਪ ਬਾਜਵਾ ਦਾ ਜਿਹੜਾ ਲੈਟਰ ਹੈ ਪਿਛਲੇ ਦਿਨਾਂ 'ਚ, ਉਹ ਇਹੀ ਕਹਿ ਰਹੇ ਨੇ ਕਿ ਇਸ ਵੇਲੇ ਪੰਜਾਬ ਦੀ ਬਜਾਏ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ 'ਚ ਬੈਠਣਾ ਚਾਹੀਦਾ ਹੈ। ਕਿਉਂਕਿ ਸਾਰੀ ਇਸ ਵੇਲੇ ਸਾਰਾ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਹੈ, ਤਾਂ ਸਾਰੀ ਜਿਹੜੀ ਲੀਡਰਸ਼ਿਪ ਹੈ ਕੇਂਦਰ ਸਰਕਾਰ ਦੀ, ਉਹ ਦਿੱਲੀ ਬੈਠੀ ਹੈ। ਤਾਂ ਦਿੱਲੀ ਗੱਲਬਾਤ ਹੋਵੇ ਤਾਂ ਹੀ ਕੋਈ ਕੁਛ ਮਾੜਾ ਮੋਟਾ ਥੱਲੇ ਹਿੱਲੇਗਾ। ਕਿਉਂਕਿ ਅਮਿਤ ਸ਼ਾਹ ਜਦੋਂ ਆਪਣੇ ਤੁਸੀਂ ਦੱਸਿਆ ਕਿ ਜਿਹੜਾ ਪੰਜਾਬ ਦਾ ਇੱਕ ਵਫਦ ਨੂੰ ਮਿਲਣ ਜਾ ਰਹੇ ਨੇ, ਇਹ ਵਫਦ ਦੀ ਚਲੋ ਮੈਂ ਨਹੀਂ ਕਹਿੰਦਾ, ਚਲੋ ਆਪਣੀ ਕੋਸ਼ਿਸ਼ ਕੀਤੀ ਆ ਉਹਨੇ, ਚੰਗੀ ਗੱਲ ਹੈ, ਪਰ ਉਹਦਾ ਜਿਹੜਾ ਪ੍ਰਭਾਵ ਪੈਣਾ ਹੈ ਉਹ ਉਸ ਕਿਸਮ ਦਾ ਨਹੀਂ ਪੈ ਸਕਦਾ ਜਿੱਦਾਂ ਦਾ ਇੱਕ ਮੁੱਖ ਮੰਤਰੀ ਦਾ ਪੈਣਾ ਸੀਗਾ। ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪਾਂ ਗੁਜ਼ਾਰਿਸ਼ ਹੀ ਕਰ ਸਕਦੇ ਹਾਂ ਕਿ ਆਪਣੀ ਜਿਹੜੀ ਗੂੜੀ ਨੀਂਦ 'ਚੋਂ ਜਾਗਣਾ ਚਾਹੀਦਾ ਔਰ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ। ਔਰ ਜਿੱਥੇ ਸਿਰਫ ਮੈਨੂੰ ਲੱਗਦਾ ਕਿ ਗ੍ਰਹਿ ਮੰਤਰੀ ਨੂੰ ਹੀ ਨਹੀਂ ਮਿਲਣਾ ਚਾਹੀਦਾ, ਬਲਕਿ
ਪ੍ਰਧਾਨ ਮੰਤਰੀ ਨੂੰ ਵੀ ਮਿਲਣ, ਖੇਤੀਬਾੜੀ ਮੰਤਰੀ ਨੂੰ ਮਿਲਣ, ਤਾਂ ਕਿ ਇਹਨਾਂ ਬਿੱਲਾਂ ਦੇ ਬਾਰੇ ਹੋਰ ਥੋੜ੍ਹਾ ਜਿਹਾ ਪ੍ਰੈਸ਼ਰ ਜਿਹੜਾ ਹੈਗਾ ਬਣਾਉਣ। ਔਰ ਇੱਕ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਸ ਵੇਲੇ ਬਣਦੀ ਹੈ ਕਿ ਪੰਜਾਬ ਇਸ ਵੇਲੇ ਹਰ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਹੈਗਾ ਸੜਕਾਂ 'ਤੇ ਬੈਠਾ ਹੈ। ਔਰ ਇਹਨਾਂ ਬਜ਼ੁਰਗਾਂ ਨੂੰ, ਇਹਨਾਂ ਨੌਜਵਾਨਾਂ ਨੂੰ, ਇਹਨਾਂ ਬੱਚਿਆਂ ਨੂੰ, ਇਹਨਾਂ ਮਾਵਾਂ ਨੂੰ, ਧੀਆਂ ਨੂੰ, ਉਹਨਾਂ ਦੇ ਪ੍ਰਤੀ ਕੋਈ ਜੇ ਹਮਦਰਦੀ ਹੈ ਕੈਪਟਨ ਸਾਹਿਬ ਦੇ ਮਨ ਦੇ ਵਿੱਚ, ਤਾਂ ਲਾਜ਼ਮੀ ਤੌਰ 'ਤੇ ਉਹ ਤਾਂ ਹੀ ਸਾਰਾ ਮਸਲੇ ਹੱਲ ਹੋ ਸਕਦੇ ਨੇ ਜੇ ਉਹ ਆਪਣੀ ਜਿਹੜੀ ਹੈਗੀ ਹੈ ਕੁੰਭਕਰਨੀ ਨੀਂਦ 'ਚੋਂ ਜਾਗ ਕੇ ਉਹ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੂੰ ਔਰ ਖ਼ਾਸ ਤੌਰ 'ਤੇ ਜਿਹੜੇ ਸਾਡੇ ਗ੍ਰਹਿ ਮੰਤਰੀ ਸਾਹਿਬ ਜਿਹੜੇ ਨੇ ਸ਼ਾਹ ਜਿਹੜੇ ਨੇ ਸ਼ਾਹ ਜੀ, ਅਮਿਤ ਸ਼ਾਹ ਜੀ, ਉਹਨਾਂ ਨੂੰ ਮਿਲਣ ਦੀ ਲੋੜ ਹੈ ਇਸ ਵੇਲੇ। ਇੱਦਾਂ ਬੈਠਣ ਦਾ ਸਮਾਂ ਨਹੀਂ ਹੈ ਇਹ। ਤਾਂ ਇੱਕ ਹੋਰ ਦੁਖਦਾਈ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਕਹਿੰਦੇ BKU ਉਗਰਾਹਾਂ ਦੇ ਨਾਲ ਇੱਕ ਸੰਬੰਧਿਤ ਕਿਸਾਨ ਸੀਗਾ, 32 ਸਾਲਾਂ ਦਾ ਕਿਸਾਨ, ਉਹਦੀ ਦਿਲ ਦਾ ਦੌਰਾ ਪੈ ਕੇ ਮੌਤ ਹੋ ਗਈ ਆ। ਲਗਾਤਾਰ ਇਹ ਮੌਤਾਂ ਹੋ ਰਹੀਆਂ ਨੇ, ਠੰਡ ਦੇ ਵਿੱਚ ਉੱਥੇ ਲੋਕ ਬੈਠੇ ਨੇ, ਟੈਨਸ਼ਨਾਂ ਵੀ ਬਹੁਤ ਨੇ, ਪਿੱਛੇ ਦੀਆਂ ਵੀ ਟੈਨਸ਼ਨਾਂ ਨੇ, ਇਸ ਚੀਜ਼ ਦੀ ਵੀ ਟੈਨਸ਼ਨ ਹੈ। ਪਹਿਲੇ ਦਿਨ ਤੋਂ ਹੀ ਕਹਿੰਦੇ ਉਹ ਕਿਸਾਨ ਉੱਥੇ ਜੁੜਿਆ ਹੋਇਆ ਸੀ। ਲਗਾਤਾਰ ਮੌਤਾਂ ਹੋ ਰਹੀਆਂ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇਹਨੂੰ ਦੇਖਦਿਆਂ ਹੋਇਆਂ ਜਲਦ ਤੋਂ ਜਲਦ ਮਾਮਲਾ ਸੁਲਝਾ ਲੈਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਵੀ ਇਹਦੇ ਵਿੱਚ ਪਹਿਲ ਕਰਨੀ ਚਾਹੀਦੀ ਹੈ? ਜੀ ਸੁਖਵਿੰਦਰ ਜੀ, ਆਪਾਂ ਦੇਖਦੇ ਹਾਂ ਕਿ ਲਗਭਗ 200 ਦੇ ਕਰੀਬ ਸਾਡੇ ਕਿਸਾਨ ਜਿਹੜੇ ਨੇ ਉਹ ਹੁਣ ਤੱਕ ਸ਼ਹੀਦ ਹੋ ਚੁੱਕੇ ਨੇ। ਔਰ ਜਿਵੇਂ ਤੁਸੀਂ ਕਿਹਾ ਕਿ ਇਸ ਗੰਭੀਰਤਾ ਨੂੰ ਸਮਝਦੇ ਹੋਏ ਮੋਦੀ ਸਰਕਾਰ ਨੂੰ ਔਰ ਵਿਸ਼ੇਸ਼ ਤੌਰ 'ਤੇ ਜਿਹੜੇ ਸਾਡੇ ਪੂਰੀ ਦੀ ਪੂਰੀ ਕਮੇਟੀ ਹੈ ਜਿਹੜੀ ਗੱਲਬਾਤ ਕਰਨ ਦੇ ਲਈ, ਉਹਨੂੰ ਇੱਕ ਆਪਣਾ ਜਿਹੜਾ ਪ੍ਰਪੋਜ਼ਲ ਹੈ ਉਹ ਜ਼ਰੂਰ ਕਿਸਾਨਾਂ ਤੱਕ ਪਹੁੰਚਾਉਣਾ ਚਾਹੀਦਾ ਤਾਂ ਕਿ ਜਿਹੜਾ ਹੈਗਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਸਕੇ। ਸੋ ਜਿੰਨੀ ਛੇਤੀ ਇਹ ਮਸਲੇ ਹੱਲ ਹੋਣਗੇ ਉਨੀ ਛੇਤੀ ਮੋਦੀ ਸਰਕਾਰ ਦਾ ਵੀ ਫਾਇਦਾ ਹੈ ਤੇ ਆਮ ਜਿਹੜੇ ਕਿਸਾਨ ਨੇ ਉਹਨਾਂ ਦਾ ਵੀ ਭਲਾ ਹੈ। ਸੋ ਛੇਤੀ ਤੋਂ ਛੇਤੀ ਇਹ ਮਸਲੇ ਜਿਹੜੇ ਨੇ ਉਹ ਹੱਲ ਕਰਵਾਉਣ ਵੱਲ ਵਧਣ ਦੀ ਲੋੜ ਹੈ ਇਸ ਵੇਲੇ ਦੋਨਾਂ ਧਿਰਾਂ ਨੂੰ, ਚਾਹੇ ਉਹ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਸਰਕਾਰ ਨੂੰ ਵੀ। ਜੀ, ਗੱਲਬਾਤ ਕਰਨ ਲਈ ਧੰਨਵਾਦ ਡਾਕਟਰ ਸਾਹਿਬ। ਬਹੁਤ ਬਹੁਤ ਮਿਹਰਬਾਨੀ। ਔਰ ਮੈਂ ਇੱਕ ਗੱਲ ਫਿਰ ਅਖੀਰ ਦੇ ਵਿੱਚ ਕਰਨੀ ਚਾਹਾਂਗਾ ਕਿ ਇਸ ਵੇਲੇ ਜਿਹੜਾ ਇਹ ਸੰਘਰਸ਼ ਹੈ ਇਹ ਬਹੁਤ ਇੱਕ ਨਾਜ਼ੁਕ ਮੋੜ ਦੇ ਵਿੱਚੋਂ ਲੰਘ ਰਿਹਾ ਹੈ ਔਰ ਗੁਜ਼ਰ ਰਿਹਾ ਹੈ। ਔਰ ਇਹਦੇ ਵਿੱਚ ਸਾਡਾ ਜਿਹੜਾ ਫਰਜ਼ ਬਣਦਾ ਹੈ ਕਿ ਜਿੰਨੇ ਆਪਾਂ ਚਾਹੇ ਜਿੱਥੇ ਵੀ ਹਾਂ, ਚਾਹੇ ਅਸੀਂ ਸੜਕਾਂ 'ਤੇ ਹਾਂ, ਚਾਹੇ ਘਰਾਂ 'ਚ ਹਾਂ, ਚਾਹੇ ਦਫ਼ਤਰਾਂ 'ਚ ਹਾਂ, ਅਸੀਂ ਕਿਸਾਨੀ ਸੰਘਰਸ਼ ਦੀ ਇਸ ਹੋਂਦ ਨੂੰ ਔਰ ਇਸ ਸਿਲਸਿਲੇ ਨੂੰ ਜ਼ਿੰਦਾ ਰੱਖਣ ਦੇ ਲਈ, ਇਹਨੂੰ ਹੋਰ ਅਗਾਂਹ ਵਧਾਉਣ ਦੇ ਲਈ ਅਸੀਂ ਆਪਣਾ ਜਿਹੜਾ ਯੋਗਦਾਨ ਹੈ ਅਸੀਂ ਜ਼ਰੂਰ ਕਿਤੇ ਨਾ ਕਿਤੇ ਆਪਣੇ ਤਰੀਕੇ ਨਾਲ ਪਾਈਏ। ਇਹੀ ਇਸ ਵੇਲੇ ਸਮੇਂ ਦੀ ਲੋੜ ਹੈ। ਬਹੁਤ ਬਹੁਤ ਮਿਹਰਬਾਨੀ। ਤਾਂ ਇਹ ਸਨ ਡਾਕਟਰ ਭੀਮਿੰਦਰ ਜੀ, ਜਿਨ੍ਹਾਂ ਨੇ ਹੁਣ ਤੱਕ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ ਸਾਡੇ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਵੱਡੀਆਂ ਤੇ ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।